ਉਹ ਮੂਰਤੀਕਾਰ ਦੀ ਗੱਲ ਤੇ ਆ ਜੀ, ਬੜਾ ਸਮਝਣ ਵਾਲਾ ਪੁਆਇੰਟ ਹੈ ਕਿ ਪੱਥਰ ਕਾਲੇ ਨੇ ਆਵਾਜ਼ ਮਾਰੀ ਕਿ ਭਾਈ ਚਿੱਟਾ ਵੀ ਉਹਨੇ ਬਣਾਇਆ ਤਾਂ ਕਾਲਾ ਵੀ ਉਹਨੇ ਹੀ ਬਣਾਇਆ ਹੈ, ਤੂੰ ਉਹਨੂੰ ਤਾਂ ਪੁੱਛ ਲਿਆ, ਇੱਕ ਵਾਰ ਮੈਨੂੰ ਵੀ ਪੁੱਛ ਲੈ। ਤਾਂ ਮੂਰਤੀਕਾਰ ਨੇ ਜਦੋਂ ਦੇਖਿਆ ਤਾਂ ਮੂਰਤੀਕਾਰ ਕਹਿੰਦਾ ਅੱਛਾ ਠੀਕ ਹੈ, ਫਿਰ ਕੀ ਮੈਂ ਤੇਰੀ ਮੂਰਤੀ ਬਣਾ ਦੇਵਾਂ? ਉਹ ਕਹਿੰਦਾ ਬਣਾ ਦੇ। ਕਹਿੰਦਾ ਦੇਖੀ ਵੇ ਤੂੰ ਹਾਏ ਨਾ ਕਰੀ, ਤੂੰ ਰੋਈ ਨਾ, ਜਿਹੜਾ ਸੱਟ ਪੈਣੀ ਹੈ ਦਰਦ ਹੋਣੀ ਹੈ ਪਰ ਤੂੰ ਰੋਈ ਨਾ। ਉਹ ਕਹਿੰਦਾ ਤੂੰ ਸੱਟ ਮਾਰ, ਬਾਕੀ ਮੇਰੇ ਤੇ ਛੱਡ ਦੇ। ਕਹਿੰਦੇ ਹੁਣ ਮੂਰਤੀਕਾਰ ਨੇ ਸੈਣੀ ਥੋੜਾ ਲੈ ਕੇ ਕਾਲੇ ਪੱਥਰ ਤੇ ਜਦੋਂ ਸੱਟ ਮਾਰੀ ਨਾ, ਦਰਦ ਤਾਂ ਹੋਈ ਪਰ ਦਰਦੋਂ ਨੇ ਕੀ ਕੀਤਾ? ਬਰਦਾਸ਼ਤ ਕੀਤੀ। ਹੁਣ ਮੂਰਤੀਕਾਰ ਸੱਟਾਂ ਮਾਰ ਰਿਹਾ ਹੈ ਔਰ ਉਹ ਬਰਦਾਸ਼ਤ ਕਰ ਰਿਹਾ ਹੈ, ਤਾਂ ਮੂਰਤੀਕਾਰ ਵਿੱਚ ਵਿੱਚ ਪੁੱਛਦਾ ਹੈ ਪੱਥਰ ਦਰਦ ਤਾਂ ਨਹੀਂ ਹੋ ਰਹੀ? ਉਹ ਕਹਿੰਦਾ ਨਹੀਂ, ਮੈਂ ਹਰ ਦਰਦ ਬਰਦਾਸ਼ਤ ਕਰਨ ਨੂੰ ਤਿਆਰ ਹੈ, ਤੂੰ ਕਰ ਜੋ ਕਰਨਾ ਹੈ, ਤੈਨੂੰ ਜਿੱਦਾਂ ਠੀਕ ਲੱਗਦਾ ਤੂੰ ਉਦਾਂ ਸੱਟ ਮਾਰ, ਕਿਉਂਕਿ ਮੈਨੂੰ ਪਤਾ ਤੂੰ ਮੇਰੀ ਭਲਾਈ ਵਾਸਤੇ ਸੱਟਾਂ ਮਾਰ ਰਿਹਾ ਹੈ, ਮੈਨੂੰ ਪਤਾ ਤੂੰ ਮੇਰੇ ਵਾਸਤੇ ਹੀ, ਮੇਰੇ ਫਾਇਦੇ ਵਾਸਤੇ ਹੀ, ਮੇਰੀ ਕੀਮਤ ਵਧਾਉਣ ਵਾਸਤੇ ਸੱਟਾਂ ਮਾਰ ਰਿਹਾ ਹੈ, ਇਸ ਲਈ ਤੇਰਾ ਜਿੱਦਾਂ ਦਿਲ ਕਰਦਾ ਤੂੰ ਕਰ। ਕਹਿੰਦੇ ਸੱਟਾਂ ਪੈਂਦੀਆਂ ਗਈਆਂ ਪੈਂਦੀਆਂ ਗਈਆਂ ਪੈਂਦੀਆਂ ਗਈਆਂ, ਪਰ ਉਸ ਪੱਥਰ ਨੇ ਉਫ ਤੱਕ ਨਹੀਂ ਕੀਤੀ, ਉਸ ਪੱਥਰ ਨੇ ਉਫ ਤੱਕ ਨਹੀਂ ਕੀਤੀ, ਹਾਏ ਤੱਕ ਨਹੀਂ ਕੀਤੀ। ਸੱਟਾਂ ਖਾਂਦੇ 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 ਇੱਕ ਦਿਨ ਉਹ ਸਮਾਂ ਆ ਗਿਆ ਕਿ ਮੂਰਤੀਕਾਰ ਦੇ ਹੱਥ ਰੁਕੇ ਔਰ ਮੂਰਤੀਕਾਰ ਕਹਿੰਦਾ ਲੈ ਦੇਖ, ਹੁਣ ਪੱਥਰ ਨੇ ਜਦੋਂ ਆਪਣੇ ਆਪ ਨੂੰ ਦੇਖਿਆ ਸਧਾਰਨ ਪੱਥਰ ਅੰਦਰੋਂ ਉਹ ਭਗਵਾਨ ਦੀ ਪ੍ਰਤਿਮਾ ਬਣ ਗਈ, ਉਹਦੀ ਮੂਰਤੀ ਬਣ ਗਈ। ਤਾਂ ਮੂਰਤੀਕਾਰ ਨੇ ਕਿਹਾ ਅਗਰ ਤੂੰ ਸੱਟਾਂ ਨੂੰ ਬਰਦਾਸ਼ਤ ਕੀਤਾ, ਅਗਰ ਤੂੰ ਸੱਟਾਂ ਨੂੰ ਬਰਦਾਸ਼ਤ ਕੀਤਾ ਤਾਂ ਅੱਜ ਦੇਖ ਇਹਨਾਂ ਸੱਟਾਂ ਨੇ ਤੈਨੂੰ ਬਣਾ ਵੀ ਕੀ ਦਿੱਤਾ। ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਜ਼ਿੰਦਗੀ 'ਚ ਮਜ਼ਬੂਤ ਉਹੀ ਹੁੰਦੇ ਆ ਜਿਹੜੇ ਸੱਟਾਂ ਖਾਂਦੇ ਆ ਔਰ ਉਹਨਾਂ ਨੂੰ ਬਰਦਾਸ਼ਤ ਕਰ ਲੈਂਦੇ ਆ। ਬੋਲੋ ਸਮਝਦੇ ਹੋ ਕਿ ਨਹੀਂ? ਤੁਸੀਂ ਕਦੀ ਦੇਖਣਾ ਕਿ ਜਿਹੜੇ ਬੱਚੇ ਦੇ ਕਦੀ ਚਪੇੜ ਨਹੀਂ ਨਾ ਪਈ, ਤੁਸੀਂ ਹੱਥ ਚੱਕੋਗੇ ਬੱਚੇ ਦੇ ਅੱਖਾਂ 'ਚ ਪਾਣੀ ਆ ਜਾਏਗਾ, ਤਾਂ ਜਿਹੜੇ ਚਪੇੜਾ ਪੈਂਦੀਆਂ ਮਾਰੀਓ ਢੀੜੀਆ ਹੋ ਕੇ ਬੈਠਾ ਰਹਿੰਦਾ, ਮਾਰੀਓ ਪਰਵਾਹੀ ਕੋਈ ਨਹੀਂ, ਕਿਉਂਕਿ ਸੱਟਾਂ ਖਾ ਖਾ ਕੇ ਮਜ਼ਬੂਤ। ਔਰ ਇਦਾਂ ਦਾ ਬੱਚਾ ਅੱਗੇ ਜਾ ਕੇ ਨਾ ਹਰ ਸੱਟ ਝੱਲਣ ਨੂੰ ਤਿਆਰ ਹੋ ਜਾਂਦਾ ਹੈ। ਇਸ ਕਰਕੇ ਅਗਰ ਬੱਚੇ ਚਪੇੜ ਖਾਂਦੇ ਨਾ ਤਾਂ ਫਿਰ ਕਹਾਂਗੇ ਬੱਚਿਆਂ ਨੂੰ ਉੱਥੇ ਨਹੀਂ ਕਹਿਣਾ ਮਾਂ-ਬਾਪ ਮਾਰਦੇ, ਬਲਕਿ ਕੋਈ ਨਹੀਂ ਅਸੀਂ ਮਜ਼ਬੂਤ ਆ, ਅਸੀਂ ਮਜ਼ਬੂਤ। ਪਰ ਇਹ ਵੀ ਨਹੀਂ ਕਿ ਗਲਤੀ ਕਰੀ ਜਾਓ, ਗਲਤੀ ਵੀ ਨਹੀਂ ਕਰਨੀ ਕੋਈ, ਸਮਝਦੇ ਹੋ ਕਿ ਨਹੀਂ? ਪਰ ਸੱਟ ਪਵੇ ਤਾਂ ਰੋਣਾ ਨਹੀਂ ਹੈ, ਸੱਟ ਪਵੇ ਤਾਂ ਉਹਨੂੰ ਬਰਦਾਸ਼ਤ ਕਰਨਾ ਹੈ, ਕਿਉਂਕਿ ਹਰ ਵੱਜਣ ਵਾਲੀ ਸੱਟ ਕਿਤੇ ਨਾ ਕਿਤੇ ਸਾਨੂੰ ਸਟਰੋਂਗ ਕਰਦੀ ਹੈ, ਸਾਨੂੰ ਮਜ਼ਬੂਤ ਕਰਦੀ ਹੈ, ਗੱਲ ਯਾਦ ਰੱਖਣਾ। ਹੁਣ ਉਹ ਕਾਲੇ ਪੱਥਰ ਦੀ ਮੂਰਤੀ ਬਣ ਗਈ ਭਗਵਾਨ ਦੀ, ਤਾਂ ਜਿਹੜਾ ਚਿੱਟਾ ਪੱਥਰ ਸੀ ਉਹ ਦੇਖ ਰਿਹਾ ਹੈ, ਉਹ ਦੇਖ ਰਿਹਾ ਹੈ ਕਿ ਕਾਲਾ ਪੱਥਰ ਬੜਾ ਸੋਹਣਾ ਬਣ ਗਿਆ ਹੈ, ਪਰ ਚਲੋ ਸੋਹਣਾ ਹੀ ਬਣਿਆ, ਫਿਰ ਕੀ ਹੈ, ਫਿਰ ਕੀ ਹੋਇਆ, ਸੋਹਣਾ ਹੀ ਬਣਿਆ ਨਾ, ਮੈਂ ਵੀ ਚਿੱਟਾ ਆ ਇਹ ਕਾਲਾ ਹੈ, ਫਰਕ ਕੀ ਹੈ? ਉਹ ਏਦਾਂ ਮਨ 'ਚ ਸੋਚ ਰਿਹਾ ਹੈ। ਤਾਂ ਮੂਰਤੀਕਾਰ ਉਹਦੀ ਮੂਰਤ ਬਣਾ ਕੇ ਚਲਾ ਗਿਆ। ਚਿੱਟਾ ਪੱਥਰ ਫਰਕ ਕੀ ਪਿਆ? ਪਰ ਫਰਕ ਕਦੋਂ ਪਿਆ ਕਿ ਜਦੋਂ ਕੁਝ ਦਿਨ ਗੁਜ਼ਰੇ ਤਾਂ ਇੱਕ ਨਾ ਰਾਹਗੀਰਾਂ ਦਾ ਜੱਥਾ, ਯਾਨੀ 40-50 ਬੰਦੇ ਆਪਣੇ ਜੱਥੇ 'ਚ ਜਾ ਰਹੇ ਆ, ਔਰ ਜਦੋਂ ਉਹਨਾਂ ਨੇ ਦੇਖਿਆ ਕਿ ਰਸਤੇ ਦੇ ਭਗਵਾਨ ਦੀ ਮੂਰਤੀ ਰੁਕੇ ਔਰ ਉਹਦੇ ਮੂਹਰੇ ਪ੍ਰਸ਼ਾਦ ਚੜਾ ਕੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ, ਸਿਰ ਝੁਕਾਉਣਾ ਸ਼ੁਰੂ ਕਰ ਦਿੱਤਾ। ਉਹ ਚਿੱਟਾ ਪੱਥਰ ਕਹਿੰਦਾ ਕਮਾਲ ਦੀ ਗੱਲ ਹੈ, ਮੈਂ ਸਫੇਦ ਮੁਲਾਇਮ, ਮੇਰੇ ਵੱਲ ਕੋਈ ਦੇਖਦਾ ਵੀ ਹੈ ਨਹੀਂ, ਉਹਦੇ ਅੱਗੇ ਹੱਥ ਜੋੜ ਕੇ ਜਾ ਰਹੇ ਆ, ਉਹਦੇ ਅੱਗੇ ਨਮਸਕਾਰਾਂ ਕਰਕੇ ਜਾ ਰਹੇ ਆ, ਉਹਦੇ ਅੱਗੇ ਕੋਈ ਕੁਛ ਕਰ ਰਿਹਾ ਕੋਈ ਕੁਛ ਕਰ ਰਿਹਾ। ਹੁਣ ਜਦੋਂ ਉੱਥੇ ਕੁਛ ਦਿਨ ਇਦਾਂ ਹੀ ਨਾ ਲੋਕ ਆਉਂਦੇ ਜਾਂਦੇ, ਦੇਖਿਆ ਕਿ ਇੱਥੇ ਪਹਿਲਾਂ ਕਿਸੇ ਨੇ ਫੁੱਲ ਚੜਾਏ, ਲੋਕ ਫੁੱਲ ਚੜਾਉਣ ਲੱਗੇ, ਤਾਂ ਹੌਲੀ ਹੌਲੀ ਇੱਥੇ ਇੱਕ ਮੰਦਿਰ ਬਣ ਗਿਆ, ਕਿਉਂਕਿ ਇਦਾਂ ਹੀ ਸ਼ੁਰੂਆਤ ਹੁੰਦੀ ਹੈ, ਮੰਦਿਰ ਬਣ ਗਿਆ ਉੱਥੇ। ਹੁਣ ਜਦੋਂ ਮੰਦਿਰ ਬਣ ਗਿਆ, ਹੁਣ ਹੁੰਦਾ ਕੀ ਹੈ, ਮੰਦਿਰ ਬਣਿਆ ਤਾਂ ਲੋਕ ਨਾਰੀਅਲ ਲੈ ਕੇ ਆਉਂਦੇ ਐ। ਹੁਣ ਜਦੋਂ ਨਾਰੀਅਲ ਲੈ ਕੇ ਆਉਂਦੇ ਐ ਤਾਂ ਨਾਰੀਅਲ ਚੜਾਉਣ ਤੋਂ ਪਹਿਲਾਂ ਤੋੜਦੇ ਕਿੱਥੇ? ਚਿੱਠੇ ਪੱਥਰ ਉੱਥੇ ਮਾਰ ਕੇ ਠਾ, ਚਿੱਠਾ ਪੱਥਰ ਦਾ ਹਾਏ, ਔਰ ਲੋਕ ਉੱਤੇ ਨਾ ਨਾਰੀਅਲ ਘਸਾ ਕੇ ਪੈਰ ਜਿਹਾ ਮਾਰ ਕੇ ਅੱਗੇ ਚਲੇ ਜਾਂਦੇ ਔਰ ਉਹਦੇ ਅੱਗੇ ਜਾ ਕੇ ਨਾਰੀਅਲ ਰੱਖ ਕੇ ਮੱਥਾ ਟੇਕ ਦਿੰਦੇ। ਤਾਂ ਉਸ ਵੇਲੇ ਉਹ ਕਾਲੇ ਨੇ ਕਿਹਾ ਚਿੱਟੇ ਨੂੰ, ਕਹਿੰਦਾ ਉਦੋਂ ਕਹਿੰਦਾ ਜੀ ਫਰਕ ਹੀ ਪਿਆ, ਹੁਣ ਪਤਾ ਲੱਗਾ ਫਰਕ ਹੀ ਪਿਆ, ਜੇ ਮੈਂ ਸੱਟਾਂ ਚੱਲੀਆਂ ਤਾਂ ਮੈਂ ਭਗਵਾਨ ਹੋ ਗਿਆ, ਔਰ ਤੂੰ ਸੱਟਾਂ ਚੱਲੀਆਂ ਤਾਂ ਤੂੰ ਸੱਟਾਂ ਨਹੀਂ ਚੱਲੀਆਂ, ਦਰਦ ਨਹੀਂ ਬਰਦਾਸ਼ਤ ਕੀਤਾ ਤਾਂ ਤੂੰ ਪੱਥਰ ਦਾ ਪੱਥਰ ਰਹਿ ਗਿਆ। ਸੱਟਾਂ ਅੱਜ ਵੀ ਤੇਰੇ ਪੈ ਰਹੀਆਂ, ਠੋਕਰਾਂ ਅੱਜ ਵੀ ਤੇਰੇ ਪੈ ਰਹੀਆਂ, ਪਰ ਅੱਜ ਦੀਆਂ ਠੋਕਰਾਂ ਨੇ ਤੈਨੂੰ ਕੁਝ ਨਹੀਂ ਬਣਾਉਣਾ। ਜੇ ਉਹ ਸੱਟ ਚੱਲ ਲੈਂਦਾ ਤਾਂ ਤੂੰ ਵੀ ਭਗਵਾਨ ਹੋ ਜਾਂਦਾ, ਤੇਰੀ ਕੀਮਤ ਪੈ ਜਾਂਦੀ। ਇਸ ਲਈ ਠੋਕਰਾਂ ਦੋ ਤਰ੍ਹਾਂ ਪੈਂਦੀਆਂ, ਇਹ ਗੱਲ ਯਾਦ ਰੱਖਣਾ। ਬੋਲੋ ਸਮਝਦੇ ਹੋ? ਪਹਿਲੀ ਠੋਕਰ ਉਹ ਹੁੰਦੀ ਹੈ ਜੋ ਗਿਆਨ ਦੀ ਹੁੰਦੀ ਹੈ, ਸੱਟ ਹੁੰਦੀ ਗਿਆਨ ਦੀ। ਜਿਹੜਾ ਗਿਆਨ ਦੀਆਂ ਸੱਟਾਂ ਬਰਦਾਸ਼ਤ ਕਰ ਲੈਂਦਾ ਨਾ, ਉਹਦੇ ਅੰਦਰਲਾ, ਜਿੱਦਾਂ ਦੱਸਿਆ ਕਿ ਅੰਦਰਲੀਆਂ ਸ਼ਕਤੀਆਂ, ਉਹਦੇ ਅੰਦਰਲਾ ਭਗਵਾਨ ਪ੍ਰਗਟ ਹੋ ਜਾਂਦਾ ਹੈ। ਤਾਂ ਜਿਹੜਾ ਗਿਆਨ ਦੀ ਸੱਟ ਝੱਲਣ ਨੂੰ ਤਿਆਰ ਨਹੀਂ ਹੈ, ਉਹ ਫਿਰ ਸਾਰੀ ਜ਼ਿੰਦਗੀ ਦੁੱਖਾਂ ਦੀਆਂ ਸੱਟਾਂ ਹੀ ਖਾਂਦਾ ਹੈ, ਉਹ ਤਕਲੀਫਾਂ ਪਰੇਸ਼ਾਨੀਆਂ ਸੱਟਾਂ ਹੀ
ਖਾਂਦਾ ਹੈ। क्योंकि फिर कमांगे कि बिना संघर्ष के कोई महान नहीं होता, और जब तक ना पड़े चोट हथौड़े की पत्थर में प्रगट कभी भगवान नहीं होता। कहीं कहते जिंदगी जीना कोई आसान नहीं होता, बिना संघर्ष के कोई महान नहीं होता, जब तक ना पड़े चोट हथौड़े की पत्थर में प्रगट कभी भगवान नहीं होता। इसलिए ਇਹ ਜ਼ਿੰਦਗੀ ਜੀਣਾ ਹੈ ਤਾਂ ਫਿਰ ਇਹ ਗੱਲ ਯਾਦ ਰੱਖੋ ਕਿ ਜ਼ਿੰਦਗੀ 'ਚ ਕਈ ਤਰ੍ਹਾਂ ਦੇ ਹਾਲਾਤ ਆਣੇ ਆ ਜਿਹੜੇ ਸੱਟਾਂ ਮਾਰਨਗੇ, ਪਰ ਆਪਣੇ ਆਪ ਨੂੰ ਕਮਜ਼ੋਰ ਨਹੀਂ ਬਣਾਉਣਾ, ਆਪਣੇ ਆਪ ਨੂੰ ਅਸੀਂ ਮਜ਼ਬੂਤ ਬਣਾਉਣਾ ਹੈ ਕਿ ਮੈਂ ਹਰ ਸੱਟ ਝੱਲਣ ਨੂੰ ਵੀ ਤਿਆਰ ਹਾਂ, ਹਰ ਮੁਸ਼ਕਿਲ ਦਾ ਸਾਹਮਣਾ ਕਰਨ ਨੂੰ ਵੀ ਮੈਂ ਤਿਆਰ ਹਾਂ। ਮੈਂ ਡਰਨ ਵਾਲਿਆਂ ਚੋਂ ਨਹੀਂ ਹਾਂ, ਮੈਂ ਕਰਨ ਵਾਲਿਆਂ ਚੋਂ ਹਾਂ। ਇਹ ਹਮੇਸ਼ਾ ਕਹੀਦਾ, ਇੱਕ ਹੁੰਦੇ ਕਰਨ ਵਾਲੇ ਔਰ ਇੱਕ ਹੁੰਦੇ ਐ ਡਰਨ ਵਾਲੇ। ਜਿਹੜੇ ਡਰਨ ਵਾਲੇ ਹੈ ਉਹ ਡਰ ਡਰ ਕੇ ਆਪਣੀ ਜ਼ਿੰਦਗੀ ਨਾਕਾਮੀ ਵਿੱਚ ਹੀ ਗਵਾ ਦਿੰਦੇ ਹੈ, ਤੇ ਜਿਹੜੇ ਕਰਨ ਵਾਲੇ ਹੁੰਦੇ ਆ ਉਹ ਹਰ ਹਾਲਾਤ ਦਾ ਸਾਹਮਣਾ ਕਰਕੇ ਆਪਣੇ ਆਪ ਨੂੰ ਇੰਨਾ ਮਜ਼ਬੂਤ ਕਰ ਦਿੰਦੇ ਹੈ ਕਿ ਉਹ ਸਫਲਤਾ ਦੇ ਸਿਖਰ ਤੇ ਪਹੁੰਚ ਕੇ ਦੁਨੀਆ ਨੂੰ ਦਿਖਾਉਂਦੇ ਹੈ। ਇਸ ਲਈ ਆਪਣੇ ਆਪ ਨੂੰ ਮਜ਼ਬੂਤ ਬਣਾਓ, ਕਿਉਂਕਿ ਉਹ ਪਰਮ ਸ਼ਕਤੀਸ਼ਾਲੀ ਪਰਮਾਤਮਾ ਕਿੱਥੇ ਬੈਠਾ ਹੈ? ਤੁਹਾਡੇ ਅੰਦਰ ਬੈਠਾ। ਔਰ ਕਈ ਵਾਰ ਇਹ ਗੱਲ ਕਹੀ ਦੀ ਕਿ ਜੇ ਪਰਮਾਤਮਾ ਸਾਡੇ ਅੰਦਰ ਬੈਠਾ ਹੈ ਤਾਂ ਫਿਰ ਅਸੀਂ ਕਮਜ਼ੋਰ ਨਹੀਂ ਆ। ਫਿਰ ਅਸੀਂ ਕਮਜ਼ੋਰ ਹੋ ਕਿ ਪਰਮਾਤਮਾ ਕਮਜ਼ੋਰ ਹੈ, ਕਿ ਭਗਵਾਨ ਕਮਜ਼ੋਰ ਹੈ, ਕਿ ਉਹ ਵਾਹਿਗੁਰੂ ਅੱਲਾ ਈਸ਼ਵਰ ਨਿਰੰਕਾਰ ਕਮਜ਼ੋਰ ਹੈ? ਨਹੀਂ, ਜੇ ਉਹ ਸ਼ਕਤੀਸ਼ਾਲੀ ਹੈ ਤਾਂ ਜੇ ਤੁਹਾਡੇ ਅੰਦਰ ਬੈਠਾ ਹੈ ਤਾਂ ਫਿਰ ਤੁਹਾਡੀ ਸ਼ਕਤੀ ਤਾਂ ਉਹਦੇ ਵੱਧ ਜਾਂਦੀ ਹੈ। ਪਰ ਫਰਕ ਇੰਨਾ ਕੀ ਹੈ ਕਿ ਅਸੀਂ ਆਪਣੇ ਅੰਦਰ ਬੈਠੀਆਂ ਬੁਰਾਈਆਂ ਨੂੰ ਤਾਂ ਦੇਖਦੇ ਹਾਂ ਕਿ ਮੇਰੇ ਅੰਦਰ ਬੁਰਾਈ, ਆਪਣੇ ਅੰਦਰ ਬੈਠੇ ਭਗਵਾਨ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਅਸੀਂ ਨਹੀਂ ਕਰਦੇ। ਇਸ ਲਈ ਤਾਂ ਹੀ ਕਿਹਾ ਜਾਂਦਾ, ਗੁਰੂ ਰਹਿਬਰ ਕਹਿੰਦੇ ਸਿਮਰਨ ਕਰੋ, ਮੈਡੀਟੇਸ਼ਨ ਕਰੋ, ਉਹ ਥੋੜਾ ਨਾਮ ਵਾਸਤੇ ਟਾਈਮ ਕੱਢੋ, ਕਿਉਂਕਿ ਜਦੋਂ ਸਿਮਰਨ ਕਰਦੇ ਆ ਤਾਂ ਫਿਰ ਸਾਡੀਆਂ ਕਮੀਆਂ ਦੂਰ ਹੁੰਦੀਆਂ ਹੈ ਔਰ ਸਾਡੇ ਅੰਦਰ ਛੁਪੀ ਸ਼ਕਤੀ ਨੂੰ ਬਾਹਰ ਆਉਣ ਦਾ ਮੌਕਾ ਮਿਲਦਾ ਹੈ। ਜਿੱਦਾਂ ਸਮਝ ਲਓ ਇੱਕ ਬੀਜ ਜ਼ਮੀਨ ਦੇ ਵਿੱਚ ਜਾਏਗਾ ਤਾਂ ਫੇਰ ਹੀ ਉਹਦੇ ਅੰਦਰ ਜੋ ਛੁਪਿਆ ਹੋਇਆ ਹੈ ਪੇੜ ਬ੍ਰਿਕਸ਼ ਉਹ ਫੇਰ ਹੀ ਬਾਹਰ ਆਏਗਾ, ਫੇਰ ਹੀ ਉਹ ਫਲ ਫੁੱਲ ਉਹਦੇ ਅੰਦਰੋਂ ਬਾਹਰ ਆਣਗੇ। ਇਸੇ ਤਰ੍ਹਾਂ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ, ਧਿਆਨ ਕਰਦੇ ਹਾਂ, ਤਾਂ ਫੇਰ ਹੀ ਸਾਡੇ ਅੰਦਰ ਪ੍ਰਮਾਤਮਾ ਦੀ ਸ਼ਕਤੀਆਂ ਜਿਹੜੀਆਂ ਹੈ ਉਹ ਬਾਹਰ ਆਣੀਆਂ ਸ਼ੁਰੂ ਹੁੰਦੀਆਂ। ਇਹਨੂੰ ਕਈ ਵਾਰ ਐਗਜ਼ਾਮਪਲ ਦੇ ਕੇ ਸਮਝਾਈਦਾ ਹੈ ਕਿ ਇੱਕ ਨੌਜਵਾਨ ਰੋਜ਼ ਜਿਮ ਜਾ ਕੇ ਕਸਰਤ ਕਰਨਾ ਸ਼ੁਰੂ ਕਰ ਦੇਵੇ ਤਾਂ ਉਹਦੇ ਅੰਦਰਲੇ ਮਸਲ ਬਾਹਰ ਆਣੇ, ਮਸਲ ਬਣਦੇ ਕਿ ਨਹੀਂ? ਕਿਤੇ ਬਾਹਰੋਂ ਨਹੀਂ ਆਉਂਦੇ ਕਿ ਬਾਹਰੋਂ ਲਿਆ ਕੇ ਫਿੱਟ ਬੰਦਾ ਕਰਦਾ ਹੈ, ਨਹੀਂ, ਉਹਦੇ ਅੰਦਰ ਹੀ ਉਹ ਸ਼ਕਤੀ। ਪਰ ਜਦੋਂ ਉਹ ਜ਼ੋਰ ਲਾਉਂਦਾ ਹੈ ਨਾ ਆਪਣੀ ਬਾਡੀ ਦਾ, ਯਾਨੀ ਮਿਹਨਤ ਕਰਦਾ ਹੈ, ਤਾਂ ਫਿਰ ਉਹਦੀ ਸਟਰੈਂਥ ਵਧਣੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ ਤਾਂ ਸਾਡੀ ਆਤਮਿਕ ਸ਼ਕਤੀ ਜਾਂ ਆਤਮ ਵਿਸ਼ਵਾਸ ਜਿਹਨੂੰ ਕਿਹਾ ਜਾਂਦਾ ਨਾ, ਜਿੱਦਾਂ ਵਿਵੇਕਾਨੰਦ ਨੂੰ ਕਿਸੇ ਨੇ ਪੁੱਛਿਆ ਸਭ ਤੋਂ ਬੜੀ ਸ਼ਕਤੀ ਕਿਹੜੀ ਹੈ, ਤਾਂ ਉਸਨੇ ਸਵਾਮੀ ਵਿਵੇਕਾਨੰਦ ਨੇ ਕਿਹਾ ਕਿ ਸਭ ਤੋਂ ਬੜੀ ਸ਼ਕਤੀ ਆਤਮ ਵਿਸ਼ਵਾਸ ਦੀ ਸ਼ਕਤੀ ਹੈ। ਆਤਮ ਵਿਸ਼ਵਾਸ, ਇੱਥੇ ਇਕੱਲਾ ਵਿਸ਼ਵਾਸ ਨਹੀਂ ਕਿਹਾ, ਉਹਨਾਂ ਨੇ ਕਿਹਾ ਆਤਮ ਵਿਸ਼ਵਾਸ, ਕਿਉਂਕਿ ਆਤਮ ਵਿਸ਼ਵਾਸ ਦੇ ਵਿੱਚ ਤਾਂ ਆਪਣੇ ਆਪ ਤੇ ਵੀ ਵਿਸ਼ਵਾਸ ਆ ਜਾਂਦਾ, ਤਾਂ ਆਤਮਾ ਪਰਮਾਤਮਾ ਦਾ ਅੰਸ਼ ਹੈ, ਉੱਤੇ ਵੀ ਵਿਸ਼ਵਾਸ ਆ ਜਾਂਦਾ ਕਿ ਮੇਰੇ ਅੰਦਰ ਉਹ ਆਤਮਾ ਹੈ ਜੋ ਪਰਮਾਤਮਾ ਦੀ ਸ਼ਕਤੀ ਹੈ, ਤਾਂ ਮੈਂ ਕਦੀ ਕਮਜ਼ੋਰ ਹੋ ਹੀ ਨਹੀਂ ਸਕਦਾ। ਕਿਉਂਕਿ ਬਹੁਤ ਕੰਮ ਇਦਾਂ ਦੇ ਹੈ ਕਿ ਜਿਹੜੇ ਸਰੀਰਕ ਬਲ ਨਾਲ ਨਹੀਂ ਕੀਤੇ ਜਾਂਦੇ, ਉਹ ਆਤਮ ਵਿਸ਼ਵਾਸ ਦੀ ਸ਼ਕਤੀ ਨਾਲ ਹੀ ਕੀਤੇ ਜਾਂਦੇ ਆ। ਜਿੱਦਾਂ ਹੀ ਨੈਪੋਲੀਅਨ ਦਾ ਜ਼ਿਕਰ ਪਰਸੋਂ ਦੇ ਸਤਸੰਗ 'ਚ ਕੀਤਾ ਸੀ ਕਿ ਅਗਰ ਤੁਸੀਂ ਨੈਪੋਲੀਅਨ ਦੀ ਤਸਵੀਰ ਦੇਖੋ ਨਾ, ਇੱਕ ਜੋ ਸਮਰਾਟ ਸੀ ਫਰਾਂਸ ਦਾ, ਜਿਹਨਾਂ ਬੜੀਆਂ ਜੰਗਾਂ ਜਿੱਤੀਆਂ, ਅਗਰ ਉਹਦੀ ਤਸਵੀਰ ਦੇਖੋ ਤਾਂ ਉਹਦੀ ਤਸਵੀਰ 'ਚ ਕੋਈ ਖਾਸ ਯੋਧਾ ਨਹੀਂ ਲੱਗਦਾ ਕਿ ਉਹਦੀ ਕੋਈ ਬਾਡੀ ਹੈ ਜਾਂ ਉਹਦੀ ਕੋਈ ਤਾਕਤ ਹੈ, ਕੋਈ ਉੱਚਾ ਲੰਬਾ ਸਰੀਰ ਹੈ, ਦੇਖਣ ਨੂੰ ਨਾਰਮਲ ਜਿਹਾ ਇਨਸਾਨ ਲੱਗਦਾ ਹੈ। ਪਰ ਉਹਦਾ ਆਤਮ ਵਿਸ਼ਵਾਸ ਇੰਨਾ ਸੀ, ਦ੍ਰਿੜ ਵਿਸ਼ਵਾਸ ਉਹਦੇ ਅੰਦਰ ਇੰਨਾ ਸੀ ਕਿ ਉਹ ਬੜੀਆਂ ਕਠਿਨਾਈਆਂ ਦਾ ਸਾਹਮਣਾ ਵੀ ਮੁਸਕਰਾ ਕੇ ਕਰਦਾ ਸੀ। ਬਲਕਿ ਉਹ ਆਪਣੇ ਆਪ ਨੂੰ ਕਹਿੰਦਾ ਸੀ ਕਿ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਮੈਨੂੰ ਖੁਸ਼ੀ ਹੁੰਦੀ ਹੈ, ਮੈਂ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਨੂੰ ਤਿਆਰ ਹਾਂ। ਇੱਕ ਗੱਲ ਉਹ ਕਹਿੰਦਾ ਸੀ ਕਿ ਜਿਹੜਾ ਕੋਈ ਨਹੀਂ ਕਰ ਸਕਦਾ ਮੈਂ ਉਹ ਵੀ ਕੰਮ ਕਰਨ ਨੂੰ ਤਿਆਰ ਹੈ, ਕਿਉਂਕਿ ਮੁਸ਼ਕਿਲਾਂ ਦਾ ਸਾਹਮਣਾ ਕਰਨ 'ਚ ਮੈਨੂੰ ਮਜ਼ਾ ਆਉਂਦਾ ਹੈ। ਅਸੀਂ ਕਹਿੰਦੇ ਇਨਸਾਨ ਦਾ ਸਰੀਰ ਜਿੰਨਾ ਮਰਜ਼ੀ ਉੱਚਾ ਲੰਬਾ ਹੋਵੇ, ਪਰ ਅਗਰ ਉਹਦੇ ਅੰਦਰ ਵਿਸ਼ਵਾਸ ਹੀ ਹੈ ਨਹੀਂ, ਹਿੰਮਤ ਹੀ ਹੈ ਨਹੀਂ, ਹੌਸਲਾ ਹੈ ਨਹੀਂ, ਤਾਂ ਤੁਸੀਂ ਦੇਖੋਗੇ ਉੱਚੇ ਲੰਬੇ ਸਰੀਰ ਵਾਲੇ ਵੀ ਕੁਝ ਨਹੀਂ ਕਰ ਪਾਉਂਦੇ। ਤਾਂ ਜਿਨ੍ਹਾਂ ਦੇ ਅੰਦਰ ਵਿਸ਼ਵਾਸ ਹੈ, ਜੋ ਮਿਹਨਤ ਕਰਨ ਨੂੰ ਤਿਆਰ ਹੈ, ਤਾਂ ਫਿਰ ਉਹ ਕੀ ਕਰਦੇ ਹੈ, ਉਹਨਾਂ ਕੱਦ ਕਾਠੀ ਚਾਹੇ ਜਿੱਦਾਂ ਦੀ ਮਰਜ਼ੀ ਹੋਵੇ, ਜਿਹਦਾ ਵਿਸ਼ਵਾਸ ਬੜਾ, ਹਿੰਮਤ ਬੜੀ, ਹੌਸਲਾ ਬੜਾ ਹੈ, ਉਹ ਦੁਨੀਆ ਨੂੰ ਕੁਝ ਕਰਕੇ ਦਿਖਾ ਵੀ ਦਿੰਦੇ ਹੈ। ਇਸ ਲਈ ਆਪਣੀ ਹਿੰਮਤ ਨੂੰ ਬੁਲੰਦ ਕਰਨਾ ਹੈ, ਆਪਣੇ ਹੌਸਲੇ ਨੂੰ ਬੜਾ ਕਰਨਾ ਹੈ, ਆਪਣੇ ਸਾਹਸ ਨੂੰ ਅਸੀਂ ਬੜਾ ਕਰਨਾ ਹੈ, ਔਰ ਫਿਰ ਕਵਾਂਗੇ। ਇਹ ਕਦੋਂ ਹੋਏਗਾ? ਜਦੋਂ ਸਾਨੂੰ ਇਹ ਝਲਕ ਮਿਲਣੀ ਸ਼ੁਰੂ ਹੋਏਗੀ ਕਿ ਮੇਰੇ ਅੰਦਰ ਹੀ ਉਹ ਸ਼ਕਤੀ ਬੈਠੀ ਹੈ। ਬੋਲੋ, ਸਮਝਦੇ ਹੋ ਕਿ ਨਹੀਂ?
कभी कोशिश की ਉਹਨੂੰ ਪ੍ਰਗਟ ਕਰਨ ਵਾਸਤੇ? ਅਸੀਂ ਕਈ ਵਾਰ ਦੱਸੀਦਾ ਹੈ ਕਿ ਬੰਦਾ ਇਹ ਤਾਂ ਦੇਖਦਾ ਕਿ ਮੇਰੇ ਘਰ 'ਚ ਆਹ ਚੀਜ਼ ਦੀ ਕਮੀ ਹੈ, ਉਹ ਕਮੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ, ਕਮੀ ਯਾਨੀ ਬਾਹਰਲੇ ਪਦਾਰਥਾਂ ਦੀ। ਪਰ ਬੰਦਾ ਇਹ ਨਹੀਂ ਦੇਖਦਾ ਕਿ ਮੇਰੇ ਅੰਦਰ ਜਿਹੜੀਆਂ ਅੰਦਰ ਮੇਰੇ ਕਮੀਆਂ ਹੈ, ਜਿੱਦਾਂ ਹੀ ਦੱਸਿਆ ਕਿ ਸਭ ਤੋਂ ਬੜੇ ਸ਼ਤਰੂ ਦਾ ਸਾਡੇ ਅੰਦਰ ਬੈਠੇ ਆ, ਇਹਨਾਂ ਨੂੰ ਖਤਮ ਕਰਨ ਬਾਰੇ ਕਦੋਂ ਸੋਚਾਂਗੇ? ਇਹਨਾਂ ਦਾ ਸਾਹਮਣਾ ਕਰਨ ਬਾਰੇ ਕਦੋਂ ਸੋਚਾਂਗੇ? ਕਿ ਅਗਰ ਇਹ ਸ਼ਤਰੂ ਕ੍ਰੋਧ, ਨਫ਼ਰਤ, ਇਹ ਜਲਨ ਰੂਪੀ ਸ਼ਤਰੂ ਜਾਂ ਬੈਰ ਵਿਰੋਧਤਾ ਰੂਪੀ ਸ਼ਤਰੂ ਨੂੰ ਅਗਰ ਅਸੀਂ ਖਤਮ ਕਰ ਦਿੱਤਾ ਤਾਂ ਮੇਰੀ ਜ਼ਿੰਦਗੀ ਬੜੀ ਸੁਖਾਲੀ ਹੋ ਸਕਦੀ ਹੈ, ਖੁਸ਼ੀਆਂ ਆਨੰਦ ਨਾਲ ਭਰੀ ਹੋ ਸਕਦੀ ਹੈ। ਕਿਉਂਕਿ ਫਿਰ ਕਵਾਂਗੇ ਕਿ ਅਗਰ ਤੁਹਾਡੀ ਥਾਲੀ 'ਚ 36 ਪ੍ਰਕਾਰ ਦੇ ਪਕਵਾਨ ਹੈ ਨਾ, ਪਰ ਕ੍ਰੋਧ, ਚਿੰਤਾ ਰੂਪੀ ਸ਼ਤਰੂ ਤੁਹਾਡੇ ਅੰਦਰ ਬੈਠਾ ਤਾਂ ਉਹਨਾਂ ਤੁਹਾਨੂੰ ਭੋਜਨ ਦਾ ਆਨੰਦ ਕਦੀ ਲੈਣ ਹੀ ਨਹੀਂ ਦੇਣਾ। ਕਿਉਂਕਿ ਚਿੰਤਾ ਨੇ ਆ ਕੇ ਅੱਗੇ ਖੜ ਗਈ, ਕ੍ਰੋਧ ਅੱਗੇ ਆ ਕੇ ਖੜ ਗਿਆ, ਨਫ਼ਰਤ ਅੱਗੇ ਆ ਕੇ ਖੜ ਗਈ, ਤਾਂ ਤੁਸੀਂ ਭੋਜਨ ਦਾ ਜਾਂ ਕਿਸੇ ਚੀਜ਼ ਦਾ ਸਵਾਦ ਲੈ ਹੀ ਨਹੀਂ ਪਾਉਂਗੇ। ਤਾਂ ਅਗਰ ਇਹ ਸ਼ਤਰੂ ਅੰਦਰ ਨਾ ਹੋਣ, ਅੰਦਰ ਸ਼ਾਂਤੀ ਹੋਵੇ, ਪਿਆਰ ਹੋਵੇ, ਅੰਦਰ ਮੁਹੱਬਤ ਹੋਵੇ, ਅੰਦਰ ਖੁਸ਼ੀ ਦੀ ਭਾਵਨਾ ਹੋਵੇ, ਤਾਂ ਬੇਸ਼ੱਕ ਫੇ ਥਾਲੀ 36 ਪ੍ਰਕਾਰ ਦੇ ਪਕਵਾਨ ਨਾ ਹੋਣ, ਵਹਾਂ ਰੁੱਖੀ ਰੋਟੀ ਰੱਖੀ ਹੋਵੇ, ਰੁੱਖੀ ਰੋਟੀ ਬੜਾ ਸਵਾਦ ਦਿੰਦੀ ਹੈ ਕਿ ਨਹੀਂ? ਇਸ ਕਰਕੇ ਫਿਰ ਕਵਾਂਗੇ ਕਿ ਜੇ ਘਰ ਦੇ ਬਾਹਰ ਸ਼ਤਰੂ ਖੜੇ, ਅਸੀਂ ਹੱਲ ਕਰਦੇ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਖਤਮ ਕੀਤਾ ਜਾਵੇ। ਇੱਦਾਂ ਇਹ ਵੀ ਸੋਚੋ ਕਿ ਬਾਹਰਲੇ ਸ਼ਤਰੂ ਉਹਨਾਂ ਨੁਕਸਾਨ ਨਹੀਂ ਕਰਦੇ ਜਿੰਨਾ ਸਾਡੇ ਅੰਦਰ ਸ਼ਤਰੂ ਜਿਹੜੇ ਖੜੇ ਇਹ ਨੁਕਸਾਨ ਕਰਦੇ ਆ। ਇਹਨਾਂ ਦਾ ਹੱਲ ਕਰਨ ਬਾਰੇ ਸੋਚਣਾ ਹੈ ਅਸੀਂ, ਔਰ ਇਹਨਾਂ ਦਾ ਹੱਲ ਵੀ ਹੁੰਦਾ ਹੈ। ਬੰਦਾ ਕਹਿ ਦਿੰਦਾ ਨਾ ਕ੍ਰੋਧ ਬੜਾ ਸ਼ਤਰੂ ਹੈ, ਪਰ ਇਹ ਕਹਿੰਦੇ ਕ੍ਰੋਧ ਨੂੰ ਵੀ ਜਿੱਤਿਆ ਜਾ ਸਕਦਾ, ਪਰ ਕੋਸ਼ਿਸ਼ ਮਿਹਨਤ ਕਰਨੀ ਪੈਂਦੀ ਹੈ। ਕਿਉਂਕਿ ਕਿਸੇ ਵੀ ਚੀਜ਼ ਨੂੰ ਕਾਬੂ ਕੀਤਾ ਜਾ ਸਕਦਾ ਹੈ, ਉਹਦੇ ਵਾਸਤੇ ਕੀ ਕਰਨਾ ਪੈਂਦਾ ਹੈ? ਕੋਸ਼ਿਸ਼ ਕਰਨੀ ਪੈਂਦੀ ਹੈ, ਮਿਹਨਤ ਕਰਨੀ ਪੈਂਦੀ ਹੈ। ਔਰ ਮਿਹਨਤ ਦਾ ਮਤਲਬ ਹੀ ਹੈ ਸਿਮਰਨ, ਮਿਹਨਤ ਦਾ ਮਤਲਬ ਹੀ ਹੈ ਇਬਾਦਤ, ਮਿਹਨਤ ਦਾ ਮਤਲਬ ਹੀ ਹੈ ਭਗਤੀ। ਜਦੋਂ ਇਨਸਾਨ ਮੈਡੀਟੇਸ਼ਨ ਧਿਆਨ ਕਰਦਾ ਨਾ, ਇਹ ਤਾਂ ਆਪਣੇ ਆਪ ਨੂੰ ਪੁੱਛ ਕੇ ਦੇਖੋ ਕਿ ਮੇਰੇ ਜੀਵਨ 'ਚ ਸਕੂਨ ਸ਼ਾਂਤੀ ਕਿਉਂ ਨਹੀਂ ਹੈ? ਉੱਥੋਂ ਆਪਣੇ ਆਪ ਨੂੰ ਪੁੱਛ ਕੇ ਦੇਖੋ ਕਿ ਮੇਰੇ ਜੀਵਨ 'ਚ ਸਕੂਨ ਸ਼ਾਂਤੀ ਕਿਉਂ ਨਹੀਂ ਹੈ? ਕਿ ਮੈਂ ਮੈਡੀਟੇਸ਼ਨ ਕਿੰਨਾ ਕਰਦਾ ਹਾਂ, ਮੈਂ ਧਿਆਨ ਕਿੰਨੀ ਕੁ ਦੇਰ ਕਰਦਾ ਹਾਂ। ਇਦਾਂ ਹੀ ਕਈ ਵਾਰ ਕਹੀਦਾ ਨਾ ਬੰਦੇ ਕੋਲ ਟੀਵੀ ਦੇਖਣ ਦਾ ਟਾਈਮ ਹੈ, ਫਾਲਤੂ ਦੀਆਂ ਚੀਜ਼ਾਂ ਦੇਖਣ ਦਾ ਟਾਈਮ ਹੈ, ਨਿੰਦਿਆ ਚੁਗਲੀ ਕਰਨ ਦਾ ਟਾਈਮ ਹੈ, ਗੱਪਾਂ ਮਾਰਨ ਦਾ ਟਾਈਮ ਹੈ, ਤਾਸ਼ ਖੇਡਣ ਦਾ ਟਾਈਮ ਹੈ, ਹੋਰ ਸਾਰੇ ਕੰਮ ਕਰਨ ਦਾ ਟਾਈਮ ਹੈ। ਪਰ ਮੈਡੀਟੇਸ਼ਨ ਕਿੰਨਾ ਕਰਦੇ ਹਾਂ ਅਸੀਂ? ਉਹ ਜਿਹੜੀ ਚੀਜ਼ ਨੇ ਸਾਡੇ ਅੰਦਰਲੀਆਂ ਕਮੀਆਂ ਨੂੰ ਦੂਰ ਕਰਨਾ ਹੈ, ਜਿਹੜੀ ਚੀਜ਼ ਨੇ ਸਾਨੂੰ ਅੰਦਰੋਂ ਸਟਰੋਂਗ ਬਣਾਉਣਾ ਹੈ, ਅੰਦਰੋਂ ਸ਼ਕਤੀਸ਼ਾਲੀ ਬਣਾਉਣਾ ਹੈ, ਉਹਦੇ ਵਾਸਤੇ ਅਸੀਂ ਟਾਈਮ ਆਪਣੇ ਰੱਬ ਨੂੰ ਕਿੰਨਾ ਕੁ ਯਾਦ ਕਰਦੇ ਹਾਂ ਅਸੀਂ? ਸੋਚ ਕੇ ਦੇਖੋ ਜ਼ਰਾ। ਹੁਣ ਅਗਰ ਸਾਡੇ ਅੰਦਰੋਂ ਜਵਾਬ ਆਉਂਦਾ ਕਿ ਹਾਂ ਭਾਈ ਸਿਮਰਨ ਵਾਸਤੇ ਅਸੀਂ ਟਾਈਮ ਨਹੀਂ ਕੱਢਦੇ, ਨਾਮ ਵਾਸਤੇ ਹੀ ਟਾਈਮ ਨਹੀਂ ਕੱਢਦੇ, ਜਾਂ ਐਕਸਰਸਾਈਜ਼ ਜਾਂ ਕਸਰਤ ਵਾਸਤੇ ਟਾਈਮ ਨਹੀਂ ਕੱਢਦੇ, ਤਾਂ ਯਾਦ ਰੱਖੋ ਜਿਹੜਾ ਧਿਆਨ ਵਾਸਤੇ ਟਾਈਮ ਨਹੀਂ ਕੱਢਦਾ ਜਾਂ ਸਵੇਰ ਦੀ ਸੈਰ ਐਕਸਰਸਾਈਜ਼ ਵਾਸਤੇ ਟਾਈਮ ਨਹੀਂ ਕੱਢਦਾ, ਫਿਰ ਉਹਨੂੰ ਡਾਕਟਰਾਂ ਵਾਸਤੇ, ਹਸਪੀਟਲਾਂ ਵਾਸਤੇ ਟਾਈਮ ਕੱਢਣਾ ਪੈਂਦਾ ਹੈ। ਸਮਝਦੇ ਹੋ ਕਿ ਨਹੀਂ? ਕਿਉਂਕਿ ਹਸਪੀਟਲ ਤਾਂ ਫਿਰ ਜਾਣਾ ਹੀ ਜਾਣਾ, ਹਾਰਟ ਦੀ ਬਿਮਾਰੀ ਨੂੰ ਲੈ ਕੇ, ਆਪਣੇ ਸ਼ੂਗਰ ਦੀ ਬਿਮਾਰੀ ਨੂੰ ਲੈ ਕੇ, ਹਾਈ ਬੀਪੀ, ਲੋ ਬੀਪੀ, ਜੋੜਾਂ ਦੇ ਦਰਦ, ਜੇ ਉਹ ਇਦਾਂ ਦੀਆਂ ਕਈ ਬਿਮਾਰੀਆਂ ਨੂੰ ਲੈ ਕੇ ਫਿਰ ਹਸਪੀਟਲਾਂ ਦਾ ਚੱਕਰ ਤਾਂ ਸਾਨੂੰ। ਹੁਣ ਜੇ ਬੰਦਾ ਘਰ ਦੇ ਵਿੱਚ ਹੀ ਨਿਯਮ ਬਣਾਵੇ ਕਿ ਮੈਂ ਸਵੇਰੇ ਸਿਮਰਨ ਵਾਸਤੇ ਟਾਈਮ ਕੱਢਾਂ ਔਰ ਥੋੜਾ ਸੈਰ ਕਰਨ ਦੀ ਐਕਸਰਸਾਈਜ਼ ਵਾਸਤੇ ਟਾਈਮ ਕੱਢਾਂ, ਤਾਂ ਜਿਹੜਾ ਇਹਦੇ ਵਾਸਤੇ ਟਾਈਮ ਕੱਢ ਲੈਂਦਾ ਫਿਰ ਉਹ ਡਾਕਟਰਾਂ ਦੇ ਚੱਕਰਾਂ ਤੋਂ, ਹਸਪੀਟਲ ਦੇ ਚੱਕਰਾਂ ਤੋਂ ਸਦਾ ਬਚਿਆ ਰਹਿੰਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਇਹ ਗੱਲ ਤੁਹਾਨੂੰ ਕਹਾਂਗੇ, ਬੜੀ ਸੱਚੀ ਗੱਲ ਦੱਸ ਰਹੀ ਹੈ ਤੁਹਾਨੂੰ ਅਸੀਂ, ਕਿ ਜਦੋਂ ਤੁਸੀਂ ਸਿਮਰਨ ਦੇ ਨਾਲ ਜੁੜਦੇ ਹੋ ਨਾ, ਬੰਦਗੀ ਨਾਲ ਜੁੜਦੇ ਹੋ, ਮੈਡੀਟੇਸ਼ਨ ਕਰਦੇ ਹੋ, ਤਾਂ ਤੁਹਾਡੇ ਅੰਦਰੋਂ ਜਿਹੜੀ ਪਰਮ ਸ਼ਕਤੀ ਬੈਠੀ ਹੈ, ਤੁਹਾਡਾ ਕਨੈਕਸ਼ਨ ਜਦੋਂ ਉਹਦੇ ਨਾਲ ਜੁੜਦਾ ਤਾਂ ਤੁਸੀਂ ਇੰਨੇ ਸਟਰੋਂਗ ਹੋ ਜਾਂਦੇ ਹੋ, ਮਜ਼ਬੂਤ ਹੋ ਜਾਂਦੇ ਹੋ ਕਿ ਫਿਰ ਤੁਹਾਨੂੰ ਦਵਾਈਆਂ ਦਾ ਸਹਾਰਾ ਲੈਣ ਦੀ ਲੋੜ ਹੀ ਨਹੀਂ ਪੈਂਦੀ। ਤੁਹਾਡੇ ਅੰਦਰ ਹੀ ਇੰਨੀ એનર્ਜੀ ਆਣੀ ਸ਼ੁਰੂ ਹੋ ਜਾਂਦੀ ਹੈ ਕਿ ਦਿਨ ਪ੍ਰਤੀ ਦਿਨ ਤੁਹਾਡੀ ਸਿਹਤ ਹੋਰ ਅੱਛੀ ਹੁੰਦੀ ਚਲੀ ਜਾਂਦੀ ਹੈ। ਇਹ ਯਾਦ ਰੱਖਣਾ। ਕਈ ਵਾਰ ਸਾਨੂੰ ਬੜੀ ਹੈਰਾਨੀ ਹੁੰਦੀ ਹੈ ਜਦੋਂ ਕਹੀਦਾ ਜੀ ਫਲਾਣੇ ਸੰਤ ਹੈ, ਫਲਾਣੇ ਫਕੀਰ ਹੈ। ਜਰਾ ਹੁਣ ਗੌਰ ਕਰਨਾ ਕਿ ਉਹ ਫਲਾਣੇ ਸੰਤ, ਫਲਾਣੇ ਫਕੀਰ, ਉਹਨਾਂ ਨੂੰ ਫਲਾਣੀ ਬਿਮਾਰੀ ਲੱਗੀ ਹੋਈ ਹੈ, ਫਲਾਣੀ ਤਕਲੀਫ ਹੈ। ਕੀ ਗੱਲ? ਮੈਡੀਟੇਸ਼ਨ ਦੇ ਨਾਲ ਤਾਂ ਬੰਦੇ ਦੇ ਸਾਰੇ ਦੁੱਖ ਦੂਰ ਹੁੰਦੇ ਚਲੇ ਜਾਂਦੇ। ਕਿਉਂਕਿ ਅਸੀਂ ਆਪਣੀ ਐਗਜ਼ਾਮਪਲ ਦੇ ਕੇ ਦੇਖਦੇ ਹਾਂ ਕਿ ਸਾਨੂੰ ਆਪਣੇ ਆਪ ਨੂੰ ਇਦਾਂ ਰੋਜ਼ ਫੀਲ ਹੁੰਦਾ ਕਿ ਜਦੋਂ ਅਸੀਂ ਮੈਡੀਟੇਸ਼ਨ ਤੋਂ ਉੱਠਦੇ ਸਾਨੂੰ ਲੱਗਦਾ ਸਾਡੀ ਸ਼ਕਤੀ ਪਹਿਲਾਂ ਨਾਲੋਂ ਵੱਧ ਗਈ, ਅਸੀਂ ਪਹਿਲਾਂ ਨਾਲੋਂ ਹੋਰ ਤੰਦਰੁਸਤ ਹੋ ਗਏ ਆ, ਅਸੀਂ ਪਹਿਲਾਂ ਨਾਲੋਂ ਹੋਰ ਫਿੱਟ ਹੋ ਗਏ, ਸਾਨੂੰ ਆਪਣੇ ਆਪ ਨੂੰ ਫੀਲ ਹੁੰਦਾ ਹੈ। ਤਾਂ ਹੀ ਤਾਂ ਅੱਜ ਬੰਦਾ ਕਹਿੰਦਾ ਰੋਟੀ ਨਾ ਮਿਲੇ ਤਾਂ ਮੈਨੂੰ ਚੱਕਰ ਆਉਂਦੇ ਆ, ਰੋਟੀ ਨਾ ਮਿਲੇ ਤਾਂ ਮੈਨੂੰ ਕਮਜ਼ੋਰੀ ਫੀਲ ਹੁੰਦੀ ਹੈ। ਤਾਂ ਸਾਨੂੰ ਕੀ ਹੁੰਦਾ ਹੈ ਕਿ ਭਾਈ ਧਿਆਨ ਨਾ ਕਰੀਏ ਤਾਂ ਫਿਰ ਲੱਗਦਾ ਕੁਝ ਅੱਜ ਇਦਾਂ ਲੱਗਦਾ ਖੁਰਾਕ ਹੀ ਨਹੀਂ ਗਈ ਬੋਡੀ ਅੰਦਰ, ਰੋਟੀ ਤਾਂ ਇੱਕ ਦਿਨ 'ਚ ਇੱਕੋ ਟਾਈਮ ਖਾਣੀ ਹੁੰਦੀ। ਇਹ ਆਪਣੇ ਜੀਵਨ ਦੀ ਐਗਜ਼ਾਮਪਲ ਦੇ ਕੇ ਤੁਹਾਨੂੰ ਦੱਸ ਰਹੇ ਹਾਂ ਅਸੀਂ, ਕਿਉਂਕਿ ਜਿਹਨੇ ਖੁਦ ਇਹ ਚੀਜ਼ ਨੂੰ ਮਹਿਸੂਸ ਕੀਤਾ ਹੋਵੇ ਨਾ, ਉਹੀ ਸਾਨੂੰ ਵੀ
ਉਹ ਚੀਜ਼ ਬਾਰੇ ਦੱਸ ਸਕਦਾ ਹੈ। ਔਰ ਸਾਨੂੰ ਇਦਾਂ ਫੀਲ ਹੁੰਦਾ ਹੈ ਕਿ ਅਗਰ ਇਸੇ ਤਰ੍ਹਾਂ ਅਸੀਂ ਮਿਹਨਤ ਕਰਦੇ ਗਏ ਤਾਂ ਅੱਗੇ ਤੋਂ ਅੱਗੇ ਹੋਰ ਵੀ ਮਜ਼ਬੂਤ ਹੋਣਾ, ਹੋਰ ਵੀ ਸਟਰੋਂਗ ਹੋਣਾ ਹੈ। ਇਹ ਨਹੀਂ ਕਿ ਅੱਗੇ ਤੋਂ ਅੱਗੇ ਕਮਜ਼ੋਰ ਹੋਵਾਂਗੇ, ਕਿਉਂਕਿ ਉਹਦੀ ਰਹਿਮਤ ਹੀ ਇੰਨੀ ਹੈ, ਉਹਦੀ ਸ਼ਕਤੀ ਇੰਨੀ ਹੈ। ਇਸ ਲਈ ਸਮਝ ਕੇ ਦੇਖੋ ਜ਼ਰਾ, ਹੁਣ ਜਦੋਂ ਬੱਚਾ ਹੁੰਦਾ, ਬੱਚੇ ਅੰਦਰ ਕਿੰਨੀ એનર્ਜੀ ਹੁੰਦੀ ਹੈ ਕਿ ਨਹੀਂ? ਬੱਚਾ ਦੌੜਾ ਫਿਰਦਾ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਖੇਡੀ ਜਾਂਦਾ ਹੈ, ਥੱਕਦਾ ਹੀ ਨਹੀਂ ਹੈ। ਇਸ ਲਈ ਕਹਿੰਦੇ ਨਾ, ਬੜੇ ਤੋਂ ਬੜੇ ਪਹਿਲਵਾਨ ਨੂੰ ਵੀ ਕਹਿ ਦੋ ਤੇ ਇੱਕ ਬੱਚੇ ਨੂੰ ਸੰਭਾਲਣਾ, ਉਹ ਥੱਕ ਜਾਏਗਾ, ਬੱਚਾ ਨਹੀਂ ਥੱਕੇਗਾ। ਸਮਝਣਾ, ਕਿਉਂਕਿ ਬੱਚੇ ਦੀ એનર્ਜੀ ਬੜੀ ਹਾਈ ਲੈਵਲ ਤੇ। ਕਿਉਂ? ਕਿਉਂਕਿ ਉਹ ਤਾਜ਼ਾ ਹੀ ਪ੍ਰਮਾਤਮਾ ਤੋਂ ਆਇਆ ਹੈ, ਉਹ એનર્ਜੀ ਦੇ ਕੇਂਦਰ ਤੋਂ ਤਾਜ਼ਾ ਆਇਆ ਹੈ। ਪਰ ਜਿੱਦਾਂ ਉਹ ਬੱਚੇ ਨੇ, ਹੁਣ ਦੇਖੋ ਇੱਕ ਬੱਚਾ ਜਿਹੜਾ ਨਾ 6-7 ਸਾਲ ਦਾ ਹੈ, ਉਹਦੀ એનર્ਜੀ ਦੇਖ ਲਿਓ। ਫਿਰ ਬੱਚਾ ਜਦੋਂ 12-14 ਸਾਲ ਦਾ ਹੁੰਦਾ ਤਾਂ એનર્ਜੀ ਥੋੜੀ ਡਾਊਨ ਹੋਣੀ ਸ਼ੁਰੂ ਹੋ ਜਾਂਦੀ, ਦੌੜਨਾ ਘੱਟ, ਬੈਠਣਾ ਜ਼ਿਆਦਾ ਸ਼ੁਰੂ ਕਰ ਦਿੰਦਾ ਉਹ। ਫਿਰ ਹੌਲੀ 18 ਸਾਲ ਦਾ ਹੋ ਗਿਆ, ਫਿਰ એનર્ਜੀ ਘਟਣੀ ਸ਼ੁਰੂ ਹੋ ਜਾਂਦੀ। ਹੌਲੀ 30 ਸਾਲ ਦਾ ਹੋ ਗਿਆ, એનર્ਜੀ ਹੋਰ ਘਟ ਗਈ। 50 ਸਾਲ ਤੱਕ ਪਹੁੰਚਦੇ ਬੰਦਾ ਕਹਿੰਦਾ ਗੋਡੇ ਦੁਖਣ ਲੱਗ ਪਏ। ਹੁਣ ਜਾਨ ਕਿੱਥੇ ਰਹੀ ਸਰੀਰ 'ਚ? ਹੁਣ ਤਾਕਤ ਕਿੱਥੇ ਰਹੀ ਸਰੀਰ 'ਚ? ਹੁਣਾ ਕੀ ਚਾਹੀਦਾ ਸੀ? ਹੁਣ ਜਵਾਬ ਦਿਓ ਸਾਨੂੰ ਕਿ ਇੱਕ ਛੋਟਾ ਜਿਹਾ ਪੌਦਾ ਤੁਸੀਂ ਗਮਲੇ 'ਚ ਲਾਉਂਦੇ ਹੋ, ਇੱਕ ਛੋਟਾ ਜਿਹਾ ਪੌਦਾ ਤੁਸੀਂ ਧਰਤੀ 'ਚ ਲਾਉਂਦੇ ਹੋ, ਉਹ ਛੋਟਾ ਹੈ, ਫਿਰ ਸਾਲ ਬਾਅਦ ਐਡਾ ਵੱਡਾ ਹੋ ਜਾਂਦਾ। ਉਹਦੀ ਸੁੰਦਰਤਾ ਹੋਰ ਵੀ, ਉਹਦੀ ਤਾਕਤ ਹੋਰ ਵੀ ਵੱਧਦੀ ਹੈ ਕਿ ਨਹੀਂ? ਕਿਉਂਕਿ ਛੋਟੇ ਪੌਦੇ ਨੂੰ ਜਿੰਨਾ ਮਰਜ਼ੀ ਤੋੜ ਕੇ ਸੁੱਟ ਦੇਵੇ, ਪਰ ਜਦੋਂ 20 ਸਾਲ ਦਾ ਹੋ ਗਿਆ ਪੌਦਾ ਤਾਂ ਇੰਨਾ ਮਜ਼ਬੂਤ ਹੋ ਜਾਂਦਾ ਕਿ ਪੱਟਣਾ ਹੀ ਔਖਾ ਹੋ ਜਾਂਦਾ। ਫਿਰ ਉਹੀ ਪੌਦਾ 50 ਸਾਲ ਦਾ ਹੋ ਗਿਆ, ਜਿੰਨਾ ਪੌਦਾ ਪੁਰਾਣਾ ਹੁੰਦਾ ਜਾਂਦਾ ਉਨਾ ਹੀ ਮਜ਼ਬੂਤ ਵੀ, ਉਹਦੀਆਂ ਸ਼ਾਖਾਵਾਂ ਵੀ ਉਨੀਆਂ ਫੈਲਦੀਆਂ ਚਲੀਆਂ ਜਾਂਦੀਆਂ। ਕਿਉਂਕਿ ਕੁਦਰਤ ਦਾ ਨਿਯਮ ਹੈ ਇਹ, ਰੱਬ ਦੇ ਘਰ ਦਾ ਨਿਯਮ ਹੈ ਇਹ, ਕਿ ਅਗਰ ਉਹ ਪੌਦਾ ਜੜ ਨਾਲ ਜੁੜਿਆ ਰਹਿੰਦਾ ਹੈ, ਯਾਨੀ ਧਰਤੀ ਨਾਲ ਜੁੜਿਆ ਰਹਿੰਦਾ ਤਾਂ ਮਜ਼ਬੂਤ ਹੁੰਦਾ ਚਲਾ ਜਾਂਦਾ ਹੈ। ਤਾਂ ਜੇ ਜੜ ਨਾਲ ਹੀ ਤੋੜ ਕੇ ਰੱਖ ਦਿਓ ਉਹਨੂੰ ਤਾਂ ਫਿਰ ਉਹ ਕਮਜ਼ੋਰ ਹੁੰਦਾ ਚਲਾ ਜਾਏਗਾ। ਹੁਣ ਜੇ ਇੱਕ ਛੋਟਾ ਜਿਹਾ ਪੌਦਾ ਦਿਨ ਪ੍ਰਤੀ ਦਿਨ ਮਜ਼ਬੂਤ ਹੋ ਸਕਦਾ ਹੈ, ਤਾਂ ਪ੍ਰਮਾਤਮਾ ਨੇ ਜੇ ਸਾਨੂੰ ਬਣਾਇਆ ਤਾਂ ਸਾਨੂੰ ਕਮਜ਼ੋਰ ਹੋਣ ਵਾਸਤੇ ਨਹੀਂ ਬਣਾਇਆ। ਸਾਨੂੰ ਇਸ ਲਈ ਨਹੀਂ ਬਣਾਇਆ ਕਿ ਅਸੀਂ ਹਾਏ ਕਰਦੇ ਫਿਰੀਏ, ਰੋਂਦੇ ਫਿਰੀਏ। ਸਾਨੂੰ ਵੀ ਰੱਬ ਨੇ ਇਸ ਲਈ ਬਣਾਇਆ ਕਿ ਤੂੰ ਬੱਚਾ ਆ, ਤੇਰਾ એનર્ਜੀ ਲੈਵਲ ਥੋੜਾ ਹੋਵੇ, ਔਰ ਜਿੱਦਾਂ ਤੇਰੀ ਉਮਰ ਵਧੇ ਤੇਰਾ એનર્ਜੀ ਲੈਵਲ ਹੋਰ ਵੀ ਵੱਧਦਾ ਚਲਾ ਜਾਵੇ। ਔਰ એનર્ਜੀ ਲੈਵਲ ਵਧਣਾ ਕਦੋਂ ਆ? ਸਾਨੂੰ ਉਹਦੇ ਵਾਸਤੇ ਮਿਹਨਤ ਕਰਨੀ ਪੈਣੀ ਹੈ। ਔਰ ਮਿਹਨਤ ਕਰਨ ਦਾ ਮਤਲਬ ਸਭ ਤੋਂ ਪਹਿਲਾਂ ਆਪਣੀ ਜੜ ਨਾਲ ਜੁੜੇ ਰਹਿਣਾ ਪੈਣਾ ਸਾਨੂੰ। ਔਰ ਸਾਡੀ ਜੜ ਕੀ ਹੈ? ਉਹ ਪ੍ਰਮਾਤਮਾ। ਪਰ ਸੱਚ ਦੱਸਿਓ, ਅਸੀਂ ਆਪਣੀ ਜੜ ਨੂੰ ਕਿੰਨਾ ਕੁ ਯਾਦ ਕਰਦੇ ਹਾਂ? ਸਾਰਾ ਦਿਨ ਤਾਂ ਸਾਡਾ ਅਖਬਾਰਾਂ ਪੜ੍ਹਦੇ ਹਾਂ, ਦੁਨੀਆ ਨਾਲ ਗੱਪਾਂ ਮਾਰਦੇ ਹਾਂ, ਦੁਨੀਆ ਦੀਆਂ ਗੱਲਾਂ ਕਰਦੇ ਹਾਂ, ਗੁਜ਼ਰ ਜਾਂਦਾ। ਆਪਣੇ ਰੱਬ ਨੂੰ ਯਾਦ ਕਰਨ ਦੀ ਖਾਤਰ ਕਿੰਨਾ ਕੁ ਟਾਈਮ ਕੱਢਦੇ ਹਾਂ? ਅਸੀਂ ਕਈ ਵਾਰੇ ਕਹੀਦਾ ਨਾ ਕਿ ਰੱਬ ਨੂੰ ਯਾਦ ਕਰਾਂਗੇ, ਜਿੱਦਾਂ ਸਮਝ ਲਓ ਕਿ ਇੱਕ ਮੋਬਾਈਲ ਤੁਹਾਡੇ ਹੱਥ 'ਚ ਹੈ, ਤੁਸੀਂ ਜਿਹਦਾ ਨੰਬਰ ਡਾਇਲ ਕਰੋਗੇ ਰਿੰਗ ਵੀ ਉੱਥੇ ਹੀ ਵੱਜਣੀ ਹੈ, ਗੱਲ ਵੀ ਉਧਰੋਂ ਹੀ ਹੋਣੀ ਹੈ, ਜਵਾਬ ਵੀ ਉਧਰੋਂ ਹੀ ਆਣਾ ਹੈ। ਤੁਸੀਂ ਸੋਚੋਗੇ ਅਸੀਂ ਰੱਬ ਦਾ ਨੰਬਰ ਕਿੰਨੀ ਕੁ ਵਾਰ ਡਾਇਲ ਕਰਦੇ ਹਾਂ, ਰੱਬ ਨੂੰ ਕਿੰਨਾ ਕੁ ਯਾਦ ਕਰਦੇ ਹਾਂ। ਤਾਂ ਜੇ ਉਹਨੂੰ ਯਾਦ ਕਰਾਂਗੇ, ਉਹਦਾ ਨੰਬਰ ਡਾਇਲ ਕਰਾਂਗੇ, ਤਾਂ ਉਧਰੋਂ ਆਵਾਜ਼ ਵੀ, ਉਹਦੀ ਰਹਿਮਤ ਵੀ ਸਾਡੇ ਤੱਕ ਫਿਰ ਹੀ ਪਹੁੰਚੇਗੀ ਕਿ ਨਹੀਂ? ਪਰ ਇਹ ਯਾਦ ਕਿੰਨਾ ਕੁ ਕਰਦੇ? ਇਸ ਲਈ ਥੋੜਾ ਜਿਹਾ ਟਾਈਮ ਜ਼ਰੂਰ ਕੱਢਿਆ ਕਰੋ। ਜਦੋਂ ਭੋਜਨ ਵਾਸਤੇ ਟਾਈਮ ਕੱਢ ਸਕਦੇ ਹੋ ਤਾਂ ਫਿਰ ਅਸੀਂ ਕਹਾਂਗੇ ਰੱਬ ਦੀ ਬੰਦਗੀ ਵਾਸਤੇ ਟਾਈਮ ਜ਼ਰੂਰ ਕੱਢਿਆ ਕਰੋ, ਕਿਉਂਕਿ ਕਿਹਾ ਵੀ ਗਿਆ ਹੈ ਕਿ ਹਰ ਤਕਲੀਫ, ਹਰ ਦੁੱਖ, ਹਰ ਪਰੇਸ਼ਾਨੀ, ਜਿੱਦਾਂ ਦੇਖੋ ਗੁਰੂਆਂ ਦਾ ਹੀ ਵਾਕ ਹੈ ਕਿ ਸਭ ਦੁੱਖੋਂ ਕਾ ਔਸ਼ਧ ਨਾਮ, ਕਿ ਸਾਰੇ ਦੁੱਖਾਂ ਦੀ ਔਸ਼ਧੀ ਉਹਦੀ ਬੰਦਗੀ ਹੈ, ਉਹਦਾ ਸਿਮਰਨ ਹੈ। ਔਰ ਸਿਮਰਨ ਦਾ ਮਤਲਬ ਕੀ ਹੈ? ਇਹ ਯਾਦ ਕਰਨਾ ਹੈ ਕਿ ਜਿਸ ਪ੍ਰਭੂ ਨੇ ਸਾਨੂੰ ਪੈਦਾ ਕੀਤਾ ਹੈ ਉਹ ਸਾਡੇ ਅੰਦਰ ਵਸਦਾ ਹੈ। ਅਸੀਂ ਉੱਤੇ ਵਿਸ਼ਵਾਸ ਕਰਨਾ ਹੈ, ਉੱਤੇ ਭਰੋਸਾ ਕਰਨਾ ਹੈ। ਆਪਣੇ ਆਪ ਨੂੰ ਫਿਰ ਕਹਾਂਗੇ ਕਮਜ਼ੋਰ ਨਹੀਂ ਸਮਝਣਾ, ਕਿਉਂਕਿ ਜਦੋਂ ਵੀ ਕੋਈ ਮੁਸੀਬਤ ਸਾਹਮਣੇ ਆਵੇ ਨਾ, ਅੱਖਾਂ ਬੰਦ ਕਰਕੇ ਇੰਨਾ ਹੀ ਸੋਚ ਲਿਆ ਕਰੋ ਕਿ ਇਹ ਮੁਸੀਬਤ ਤੋਂ ਮੈਂ ਡਰਨਾ ਨਹੀਂ ਹੈ, ਕਿਉਂਕਿ ਜਿਸ ਨੇ ਮੈਨੂੰ ਪੈਦਾ ਕੀਤਾ ਉਹ ਹਰ ਕਦਮ ਤੇ ਮੇਰੇ ਅੰਦਰ ਹੈ, ਮੇਰੇ ਨਾਲ ਹੈ। ਜੇ ਉਹ ਮੇਰੇ ਨਾਲ ਹੈ ਤਾਂ ਕੋਈ ਮੁਸੀਬਤ ਮੈਨੂੰ ਹਰਾ ਨਹੀਂ ਸਕਦੀ। ਇਹ ਵਿਸ਼ਵਾਸ ਕਰਨਾ ਆਪਣੇ ਅੰਦਰ, ਇਹ ਯਕੀਨ ਕਰਨਾ ਆਪਣੇ ਅੰਦਰ। ਅਗਰ ਇਹ ਵਿਸ਼ਵਾਸ ਰੱਖਾਂਗੇ ਤਾਂ ਅਸੀਂ ਕਹਾਂਗੇ ਲਓ ਫਿਰ ਮੋਰੇ ਕੋਈ ਮੁਸੀਬਤ ਆਏਗੀ ਵੀ ਨਾ, ਚਿੰਤਾ ਬੰਦੇ ਨੂੰ ਹੋਏਗੀ ਨਹੀਂ, ਬੰਦਾ ਉਹਦਾ ਮੁਕਾਬਲਾ ਕਰੇਗਾ, ਟੈਨਸ਼ਨ ਨਹੀਂ ਲਏਗਾ ਬੰਦਾ। ਪਰ ਉਹ ਸਮਝਦੇ ਹੋ ਕਿ ਨਹੀਂ? ਬੰਦਾ ਉਹਦੀ ਟੈਨਸ਼ਨ ਨਹੀਂ ਲਏਗਾ। ਜਿੱਦਾਂ ਨੈਪੋਲੀਅਨ ਦੀ ਗੱਲ ਚੱਲੀ ਤਾਂ ਉਹਦੀ ਇੱਕ ਗੱਲ ਹੋਰ ਯਾਦ ਆ ਗਈ, ਦੱਸਣਾ ਚਾਹਾਂਗੇ ਕਿ ਨੈਪੋਲੀਅਨ ਨੂੰ ਕਿਸੇ ਨੇ ਪੁੱਛਿਆ ਕਿ ਮਹਾਰਾਜ ਜਦੋਂ ਤੁਸੀਂ ਯੁੱਧ ਲੜਦੇ ਹੋ ਤੁਸੀਂ ਹਾਰਦੇ ਨਹੀਂ ਹੈ, ਹਮੇਸ਼ਾ ਤੁਹਾਡੀ ਜਿੱਤ ਹੁੰਦੀ ਹੈ, ਕਿਉਂ? ਤਾਂ ਉਸ ਵੇਲੇ ਨੈਪੋਲੀਅਨ ਕਹਿੰਦਾ ਮੈਂ ਸੋਚ ਕੇ ਇਹ ਜਾਂਦਾ ਆ ਕਿ ਸਾਹਮਣੇ ਸੈਨਾ ਕੋਈ ਕਹੇ ਬਹੁਤ ਬੜੀ ਸੈਨਾ ਹੈ, ਉਹ ਕਹੇਗਾ ਕੋਈ ਗੱਲ ਨਹੀਂ, ਸੈਨਾ ਜਿੰਨੀ ਮਰਜ਼ੀ ਬੜੀ ਹੈ ਪਰ ਮੈਨੂੰ ਪਤਾ ਜਿਤਾਉਣ ਵਾਲੀ ਸ਼ਕਤੀ ਮੇਰੇ ਨਾਲ ਹੈ। ਕਹਿੰਦਾ ਮੇਰਾ ਵਿਸ਼ਵਾਸ ਮੈਨੂੰ ਜਿਤਾਉਂਦਾ ਹੈ। ਹੁਣ ਜਰਾ ਤੁਸੀਂ ਸੋਚੋ ਕਿ ਤੁਹਾਡੇ ਸਾਹਮਣੇ ਕੋਈ ਮੁਸੀਬਤ ਆ ਜਾਵੇ, ਤੁਸੀਂ ਇਹ ਨਹੀਂ ਕਹਿੰਦੇ ਕਿ ਇਹ ਮੁਸੀਬਤ ਤੋਂ ਮੈਂ ਡਰਨਾ ਨਹੀਂ ਹੈ ਕਿਉਂਕਿ ਬਹੁਤ ਬੜੀ ਸ਼ਕਤੀ ਮੇਰੇ ਨਾਲ ਹੈ, ਬਲਕਿ ਤੁਸੀਂ ਉਹ ਮੁਸੀਬਤ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹੋ, ਯਾਰ ਮੁਸੀਬਤ ਬਹੁਤ ਬੜੀ ਹੈ,
ਇਹਨਾਂ ਕਈਆਂ ਦੀ ਜਾਨ ਲਈ ਹੈ। ਪਤਾ ਨਹੀਂ ਇਹ ਤੋਂ ਬਾਹਰ ਨਿਕਲਣਾ ਕਿ ਨਹੀਂ, ਪਤਾ ਨਹੀਂ ਮੇਰੀ ਜਿੱਤ ਹੋਣੀ ਹੈ ਨਹੀਂ, ਕਿਤੇ ਮੁਸੀਬਤ ਮੇਰੀ ਜਾਨ ਹੀ ਨਾ ਲੈ ਲਵੇ, ਕਿਤੇ ਮੈਨੂੰ ਬਰਬਾਦ ਹੀ ਨਾ ਕਰ ਦੇਵੇ। ਯਾਨੀ ਸਾਰਾ ਧਿਆਨ ਕਿੱਥੇ ਹੈ? ਉਹ ਮੁਸੀਬਤ ਵੱਲ ਕੇ ਬਹੁਤ ਬੜੀ ਹੈ, ਇਹ ਮੈਨੂੰ ਕਿਤੇ ਬਰਬਾਦ ਨਾ ਕਰ ਦੇਵੇ। ਕੋਈ ਬਿਮਾਰੀ ਹੈ, ਫਰਜ਼ ਕਰੋ ਕਿਸੇ ਨੂੰ ਕੋਈ ਬਿਮਾਰੀ ਹੈ, ਤਾਂ ਬੰਦਾ ਬਿਮਾਰੀ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਹੈ। ਇਹ ਬਿਮਾਰੀ ਇਦਾਂ ਹੈ, ਸੁਣਿਆ ਇਹ ਬਿਮਾਰੀ ਇੱਕ ਵਾਰ ਆਂਦੀ ਤਾਂ ਮੁੜ ਕੇ ਜਾਂਦੀ ਨਹੀਂ ਹੈ, ਇਹ ਬਿਮਾਰੀ ਬਾਰੇ ਲੋਕ ਆਹ ਕਹਿੰਦੇ ਆ, ਬਿਮਾਰੀ ਬਾਰੇ ਡਾਕਟਰ ਆਹ ਕਹਿੰਦੇ। ਯਾਨੀ ਸਾਰਾ ਫੋਕਸ ਕਿੱਥੇ ਹੈ, ਧਿਆਨ ਕਿੱਥੇ ਹੈ? ਬਿਮਾਰੀ ਤੇ ਹੈ। ਤਾਂ ਨੈਪੋਲੀਅਨ ਦੀ ਗੱਲ ਕੀ ਹੈ? ਉਹ ਕਹਿੰਦਾ ਮੈਂ ਇਹ ਨਹੀਂ ਦੇਖਦਾ ਕਿ ਸੈਨਾ ਕਿੰਨੀ ਵੱਡੀ ਹੈ, ਮੈਂ ਇਹ ਦੇਖਦਾ ਕਿ ਮੇਰੀ ਜਿੱਤ ਜ਼ਰੂਰ ਹੋਏਗੀ, ਕਿਉਂਕਿ ਮੈਨੂੰ ਜਿਤਾਉਣ ਵਾਲੀ ਸ਼ਕਤੀ ਮੇਰੇ ਨਾਲ ਹੈ। ਹੁਣ ਤੁਹਾਡੀ ਵੀ ਇਹੀ ਗੱਲ ਹੋਣੀ ਚਾਹੀਦੀ, ਬਿਮਾਰੀ ਵੱਲ ਨਾ ਦੇਖੋ। ਕੋਈ ਦੱਸ ਦੇਵੇ ਤੁਹਾਨੂੰ ਆਹ ਬਿਮਾਰੀ ਹੈ, ਤੁਸੀਂ ਕਹੋ ਅੱਛਾ ਇਹ ਬਿਮਾਰੀ ਹੈ, ਤਾਂ ਇਹ ਬਿਮਾਰੀ ਮੈਨੂੰ ਹਰਾ ਨਹੀਂ ਸਕਦੀ, ਕਿਉਂਕਿ ਮੈਨੂੰ ਬਚਾਉਣ ਵਾਲੀ ਮੇਰੇ ਮਾਲਿਕ ਦੀ ਸ਼ਕਤੀ ਮੇਰੇ। ਜਦੋਂ ਸਾਰਾ ਧਿਆਨ ਸ਼ਕਤੀ ਤੇ ਆ ਜਾਂਦਾ ਹੈ ਤਾਂ ਉਹ ਸ਼ਕਤੀ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। ਤਾਂ ਜੇ ਸਾਰਾ ਧਿਆਨ ਹੀ ਬਿਮਾਰੀ ਤੇ ਹੋਵੇ ਤਾਂ ਉਹ ਸ਼ਕਤੀ ਨੂੰ ਕੰਮ ਕਰਨ ਦਾ ਮੌਕਾ। वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।